सतनाम श्री वाहेगुरु जी। गोंड मोह लागती ताला बेली, बछरे बिन गाय अकेली। मोह लागती ताला बेली, बछरे बिन गाय अकेली। पानिया बिन मीन तलफै, ऐसे राम नाम बिन बापुरो नाम रहाओ। जैसे गाय का बाछा छूटला, थान चोखता माखन कूटला। नामदेव नारायण पाया, गुर भेटत अलख लखाया। जैसे बिखै हेत पर नारी, ऐसे नामे प्रीत मुरारी। जैसे ताप ते निर्मल कामा, तैसे राम नामा बिन बापरो नामा। जैसे ताप ते निर्मल कामा, तैसे राम नामा बिन बापरो नामा। वाहेगुरु जी का खालसा, वाहेगुरु जी की फतेह। परम सन्मानयोग दसां ही पातशाहियां दी जोत, ਸਰਬ ਸਾਂਝੀਵਾਲਤਾ ਦੇ ਲਖਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀय ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ। ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਕੀਰਤਨ ਦੀ ਸੇਵਾ ਨਿਭਾ ਰਹੇ ਸਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਾਲੇ। ਉਪਰੰਤ ਆਪ ਜੀ ਨੇ ਦਾਸ ਪਾਸੋਂ ਜੋ ਇੱਕ ਪਾਵਨ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਗੋਂਡ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 874 ਤੇ ਸੁਭਾਇਮਾਨ ਹੈ। ਸੋ ਆਓ, ਇਸ ਤੋਂ ਪਹਿਲਾਂ ਦਾਸ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਇਸ ਸ਼ਬਦ ਨੂੰ ਐਕਸਪਲੇਨ ਕਰਨ ਦਾ ਯਤਨ ਕਰੇ। ਜਿਤਨੇ ਸਰੀਰ ਗੁਰੂ ਚਰਨਾਂ 'ਚ ਬੈਠੇ ਹੋ, ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੀਏ। ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਬੇਨਤੀ ਪ੍ਰਵਾਨ ਕਰਦੇ ਹੋਏ ਉਚਾਰਨ ਕਰੋ ਤੇ ਆਖੋ ਜੀ, ਸਤਨਾਮ ਸ੍ਰੀ। ਭਗਤ ਨਾਮਦੇਵ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਬਦ ਵਿੱਚ ਆਪਣੀ ਅੰਦਰਲੀ ਅਵਸਥਾ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਫਿਲਮਾਉਣ ਦਾ ਯਤਨ ਕੀਤਾ ਹੈ।
ਕਿਉਂਕਿ ਭਗਤ ਨਾਮਦੇਵ ਸਾਹਿਬ ਦੀ ਜਦੋਂ ਅਸੀਂ ਬਾਣੀ ਉਹਨਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਦਰਸ਼ਨ ਕਰਨੇ ਆ, ਪੜ੍ਹਨੇ ਆ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਸੰਗਤ ਜੀ ਵੀ ਉਤਨਾ ਉਹਨਾਂ ਦੀ ਕਿਤਨੀ ਉੱਚੀ ਆਤਮਿਕ ਅਵਸਥਾ ਸੀ। ਵੈਸੇ ਤੇ ਬੇਅੰਤ ਬਚਨ ਨੇ, ਪਰ ਉਹਨਾਂ ਦੀ ਪ੍ਰਭੂ ਨਾਲ ਜੋ ਪ੍ਰੀਤ ਦੀ ਪੱਕੀ ਗੰਢ ਸੀ, ਕਿਸ ਕਦਰ ਉਹ ਆਪਣੇ ਇਸ਼ਟ ਵਾਹਿਗੁਰੂ ਨੂੰ ਪਿਆਰ ਕਰਦੇ ਸਨ, ਔਰ ਉਹਨਾਂ ਨੂੰ ਅੱਗੋਂ ਰਿਸਪੌਂਸ ਕੈਸੀ ਮਿਲਦੀ ਸੀ ਉਹਦੀ ਮੈਂ ਇੱਕ ਹੀ ਤੁਹਾਨੂੰ ਉਦਾਹਰਨ ਦਿਆਂ। ਜਦੋਂ ਰੂਹੇ ਜ਼ਮੀਨ ਦੇ ਉੱਤੇ ਈਸ਼ਵਰ ਨਾਲ ਹਮ ਕਲਾਮ ਹੁੰਦੇ ਨੇ, ਬਿਲਕੁਲ ਇਸ ਤਰ੍ਹਾਂ ਜਿਵੇਂ ਤੁਸੀਂ ਆਪਣੇ ਸੈੱਲ ਫੋਨ ਤੇ ਗੱਲਾਂ ਕਰਦੇ ਹੋ। ਕਿਸੇ ਵੇਲੇ ਆਵਾਜ਼ ਪਹਿਚਾਨ ਵਿੱਚ ਨਾ ਆਵੇ ਤੇ ਅਸੀਂ ਕਹਿ ਦਿੰਦੇ ਹਾਂ ਤੁਸੀਂ ਕੌਣ ਜੀ, ਤੇ ਕਈ ਵਾਰ ਵੇਖਿਆ ਅਗਲਾ ਨਾਂ ਦੱਸਣ ਦੀ ਬਜਾਏ ਝਟਪਟ ਕਹਿ ਦਿੰਦਾ ਮੈਂ ਜੀ, ਸਿਆਣਿਆ ਨਹੀਂ ਜੇ। ਤੋਂ ਬਿਲਕੁਲ ਬਿਨਾਂ ਕਿਸੇ ਉਪਕਰਨ ਦੇ, ਬਿਨਾਂ ਕਿਸੇ ਯੰਤਰ ਦੇ ਉਹ ਰੂਹੇ ਜ਼ਮੀਨ ਤੇ ਫਰਸ਼ ਤੇ ਬੈਠ ਕੇ ਆਪਣੇ ਇਸ਼ਟ ਨਾਲ ਅਰਸ਼ ਵਿੱਚ ਗੱਲ ਕਰਦੇ ਨੇ। ਉਦਾਹਰਨ ਵਜੋਂ ਤੂੰ ਕੌਣ ਰੇ, ਹਾਂਜੀ ਤੁਸੀਂ ਕੌਣ? ਆਪ ਜੀ ਕਹਿੰਦੇ ਮੈਂ ਜੀ। ਅੱਛਾ ਨਾਮਾ ਹੋ ਜੀ? ਹਾਂਜੀ ਜੀ ਹਾਂ ਮੈਂ ਨਾਮਾ ਹੀ ਹਾਂ। ਤੋ ਨਾਮਾ ਜੀ ਦੱਸੋ ਕਿਵੇਂ ਯਾਦ ਕੀਤਾ? ਤੋ ਕਹਿੰਦੇ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਐਸੀਆਂ ਦਰਜਨਾਂ ਐਗਜ਼ੈਂਪਲਸ ਨੇ, ਉਦਾਹਰਨਾਂ ਨੇ ਗੁਰਬਾਣੀ ਵਿੱਚ। ਪਰ ਜੇ ਮੈਂ ਇਹ ਸਿੱਧ ਕਰਨ ਵਿੱਚ ਹੀ ਲੱਗ ਜਾਵਾਂ ਕਿ ਉਹਨਾਂ ਦਾ ਰਾਫਤਾ ਫਰਸ਼ ਤੇ ਬੈਠ ਕੇ ਅਰਸ਼ ਵਿੱਚ ਸੀ, ਉਹ ਈਸ਼ਵਰ ਨਾਲ ਹਮ ਕਲਾਮ ਹੁੰਦੇ ਸਨ, ਉਹਨਾਂ ਦੀ ਬੜੀ ਉੱਚੀ ਆਤਮਿਕ ਅਵਸਥਾ ਸੀ, ਉਹਨਾਂ ਦੀ ਵਾਹਿਗੁਰੂ ਨਾਲ ਜਿਹੜੀ ਪਿਆਰ ਦੀ ਗੰਢ ਸੀ ਬੜੀ ਪੀਚਨੀ ਸੀ, ਤਾਂ ਸਾਰਾ ਵਕਤ ਉਧਰ ਹੀ ਖਰਚ ਹੋ ਜਾਏਗਾ, ਸ਼ਬਦ ਧਰਿਆ ਧਰਾਇਆ ਰਹਿ ਜਾਏਗਾ। ਇਸ ਲਈ ਮੈਂ ਜਿਸ ਸ਼ਬਦ ਦੀ ਅੱਜ ਟਰਮ ਹੈ ਤੁਹਾਡੀ ਧਿਆਨ ਗੋਚਰਾ ਉਹਨੂੰ ਲਿਆਵਾਂ। ਉਮੀਦ ਹੈ ਤੁਸੀਂ ਸਾਰੇ ਦਿਲਚਸਪੀ ਦਿਖਾਓਗੇ। ਪ੍ਰਾਰੰਭ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ, ਮੋਹ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫੈ। ਐਸੇ ਰਾਮ ਨਾਮ ਬਿਨ ਬਾਪਰੋ ਨਾਮਾ। ਇੱਥੋਂ ਅਰਥ ਚੁੱਕਣੇ ਨੇ, ਅਰਥ ਚੁੱਕਣੇ ਇੱਥੋਂ ਨੇ। ਜਿਸ ਤਰ੍ਹਾਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ ਨਾ, ਸੰਗਤ ਜੀ ਤੁਸੀਂ ਮੱਛੀ ਨੂੰ ਮਹਿਜ਼ ਪਾਣੀ ਚੋਂ ਕੱਢ ਕੇ ਬਾਹਰ ਰੱਖ ਦਿਓ, ਉਹਨੂੰ ਹੋਰ ਕੋਈ ਸਜ਼ਾ ਦੇਣ ਦੀ ਜ਼ਰੂਰਤ ਨਹੀਂ ਹੈ। ਕੋਈ ਤਕਲੀਫ ਦੇਣ ਦੀ ਜ਼ਰੂਰਤ ਨਹੀਂ ਹੈ। ਪਾਣੀ ਤੋਂ ਮੱਛੀ ਨੂੰ ਜੁਦਾ ਕਰਨਾ ਹੀ ਉਹਦੇ ਵਾਸਤੇ ਸਭ ਤੋਂ ਵੱਡੀ ਸਜ਼ਾ ਹੈ। ਫਿਰ ਉਹ ਤੜਫਦੀ ਹੈ, ਲੁੜਛਦੀ ਹੈ, ਔਰ ਲਗਾਤਾਰ ਪਾਣੀ ਤੋਂ ਜੁਦਾ ਕਰਕੇ ਰੱਖੋ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਪ੍ਰਾਣ ਵੀ ਤਿਆਗ ਦਿੰਦੀ ਹੈ। ਪਾਨੀਆਂ ਬਿਨ ਮੀਨ ਤਲਫੈ। ਜਿਸ ਤਰ੍ਹਾਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਐਸੇ ਰਾਮ ਨਾਮ ਬਿਨ ਬਾਪਰੋ ਨਾਮਾ। ਠੀਕ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਅਵਸਥਾ ਹੁੰਦੀ ਹੈ, ਜਿਸ ਤਰ੍ਹਾਂ ਪਾਣੀ ਤੋਂ ਬਗੈਰ ਮੱਛੀ ਦੀ ਹਾਲਤ ਹੁੰਦੀ ਹੈ। ਹੁਣ ਗੁਰੂ ਸੰਗਤ ਜੀ, ਇਹ ਹਾਲਤ ਸੱਚਮੁੱਚ ਹੋਣੀ ਜੁਦਾ ਗੱਲ ਹੈ, ਔਰ ਇਸ ਹਾਲਤ ਦੀ ਵਿਆਖਿਆ ਕਰਨੀ ਜੁਦਾ ਗੱਲ ਹੈ। ਹੁਣ ਮੇਰੇ ਵਰਗਾ ਬੰਦਾ ਜਿਹਦਾ ਇਹ ਪ੍ਰੋਫੈਸ਼ਨ ਹੈ, ਸ਼ਬਦ ਦੀ ਟਰਮ ਹੈ, ਉਹਨੂੰ ਫਰੇਮ ਕਰਕੇ ਤੁਹਾਡੇ ਵਿੱਚ ਆ ਗਿਆ, ਤਾਂ ਮੈਂ ਫਿਰ ਬੇਨਤੀ ਕਰਾਂ ਵੀ ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ।
मैं तो कई बार ये भी बेनती करना ਧੀਆਂ ਨੂੰ भी बच्चिओ ਜਦੋਂ ਇਹ ਬੱਚੇ नहीं ਹੁੰਦੇ ना ਤੁਸੀਂ ਫਿਰ ਅਰਦਾਸਾਂ ਕਰਾਉਂਦੀਆਂ ਜੇ ਗ੍ਰੰਥੀ ਸਿੰਘਾਂ ਤੋਂ ਉਹ ਕਰ ਦਿੰਦੇ ਨੇ महाराज किरपा करो बच्चा दिओ बच्ची दिओ। अच्छा किरपा हो गई हुण किरपा नूं संभालिया भी करो ना। किरपा तो उन्हें कर दी, किरपा नूं संभालेगा कौन? बच्चे तो नादान ने, बच्चे शरारतां करन बच्चे रोण ये तो सुभाविक है, पर असी तो नादान नहीं ना। तुसी तो थोड़ी दूरी बना सकते हो भी जे किसी वेले बच्चा कोई जिद करता है थोड़ी डिस्टेंस बना लो, थोड़ा माहौल इत्थे खराब ना होवे। तो ये वार वार कहना पवे अच्छा नहीं लगता तुहानू, तुसी भी हार्ट हुंदे होवोगे, पर इन्नी कू सानू अपने आप ही मेरे हिसाब च विचार जिहड़ी है रखनी चाहिए है। एक बारी सारे प्यार नाल आखो सतनाम श्री वाहिगुरू ते कह दिया करो। आखो सतनाम श्री। गुरुद्वारे बैठे आपां प्यारिओ, इत्थे भी वाहिगुरू नहीं कहना तो फिर कहना कित्थे है? इत्थे भी संगना है, झकना है, मॉडरेट ही बनना है, तो फिर लाभ भी की है? वो तो आपां बने ही आ। मैं अर्ज कर रहा सा कि एक अवस्था हुंदी है और एक हुण साडे वर्गे दा काम है, और मैं कई बार अर्ज करना हुन्ना भी मैं बाउंड आ, पर कई बार असीं बाउंड नहीं हुंदे। जे मैं बाउंड नहीं कथा करनी भी यह शब्द की करनी है तो मैनू किहड़े शब्द की कथा करनी चाहिए है? वो शब्द चुनना चाहिए जिहदे विच अरदास है भी सच्चे पातशाह वकारां तो बचा लै। मैनू किहड़ा शब्द चुनना चाहिए? सच्चे पातशाह नाम की दात बख्शिश कर। पर क्योंकि ये टर्म वाइज शब्द करना पैंदा। मेरे विद्यादाता जदों दास साहिबजादा जुझार सिंह गुरमत मिशनरी कॉलेज डिप्लोमा गुरमत का कर रहा सी ना, तो उन्हों का सुभाव सी हसदे हसदे ना गल कह जाते सन भी सिंह गुस्सा भी ना करन। तो वह कहते होंदे सिंघो सारी रात सौ के सवेरे 3-4 मूली वाले परौंठे देड़ के ते फिर जाके शुरू कर देंदे हो मैं नैनी नींद ना आवे जी वो भावे अन्न ना पानी, तो होर अन्न पानी तुहानूं किवें पाना है? हुण तुसीं कहोगे जी फिर की करिए, तो मैनू खिमा कर देना, तुसी मेरे नाल इत्तेफाक रखो या ना रखो, वो साडी अवस्था नहीं। जिहड़ी साडी अवस्था है इस खजाने विचों असीं ओह गा लईए। इहदे विच ते बेअंत खजाना है जिहदे विच अरदास करन दा वल है, वकारां तो किस तरह बचना है, नाम दी दात किस तरह मंगनी है, जां असीं गा लईए भी ना मोहे रूप ना बंके नैना, ना कोल ढंग ना मीठे बैना, सब अवगुण मैं गुण नहीं कोई, क्यों कर कंत मिलावा होई। ये जिस शब्द की अज व्याख्या है ये भगत नामदेव साहब की अवस्था है। ये अवस्था मातड़ बंदे की नहीं हो सकती, बहुत टफ है। कहते जिस तरह पानी मच्छी तो बिना तड़फदी है, इस तरह मैनू तिल मिलाहट शुरू हो जाती है रब के नाम तो बिना। मोहे लागती ताला बेली, ताला बेली के अर्थ किए ने तिल मिलाहट जी, तड़फनी जी लग जाती है। बछरे बिन गाय अकेली, सज्जर गां सूई होवे ना तो संगत जी वो फिर कई दिन तो इस तरह होंदा भी उन्होंने छड्ड के जाती नहीं, वो तिंगो जोरी लैके जाते ने, वो छुट के फिर आ जाती है। मैं केवल गल समझण लई अर्ज करना हुन्ना भी आ जिहड़ियां हुण गावां असीं उत्थे रखियां ने ये नहीं, क्योंकि इन्हां दे जीन्स असीं डिस्टर्ब करके इन्हां दा जिहड़ा माइंड है ना वो उन्होंने चेंज कर दिता है। जिहड़ी नैचुरल गां है, देसी गां है, वो सूई होवे ते कई दिन तुसीं उहनूं वच्छे तो दूर नहीं ले जा सकते, वो परत परत के वच्छे दे कोल आवेगी और दूर ले जाओगे तो तड़फेगी। जिस तरह अपने बच्चे तो बिना, वच्छे तो बिना या वच्छी तो बिना गां तड़फदी है, इस तरह नाम तो बिना मैनू तड़फ नहीं लगती है। मोहे लागती ताला बेली, बछरे बिन गाय अकेली, ये लॉजिक है, उदाहरणा ने। फिर कहते ने पानियां बिन मीन तलफ है, जिस तरह पानी तो बिना मच्छी तड़फदी है, ऐसे राम नामा बिन बापरो नामा, इस तरह विचारा नाम दे वाहिगुरू दे नाम तो बिना तड़फदा। यह है प्रीत,
ਵੈਗੁਰੂ ਨਾਲ ਭਗਤ ਜੀ ਦੀ ਜੋ ਪ੍ਰੀਤ ਹੈ, ਦਿਲੀ ਪ੍ਰੀਤ ਹੈ। ਤੋ ਸੰਗਤ ਜੀ, ਇਹ ਜਿਹੜੀ ਪ੍ਰੀਤ ਹੈ, ਮੱਛੀ ਦੀ ਪਾਣੀ ਨਾਲ ਪ੍ਰੀਤ ਹੈ, ਕੰਡੇ ਹੇੜੇ ਨਾਲ ਮਿਰਗ ਦੀ ਪ੍ਰੀਤ ਹੈ। ਇਸੇ ਪ੍ਰਕਾਰ ਦੀਪਕ ਨਾਲ ਪਤੰਗੇ ਦੀ ਪ੍ਰੀਤ ਹੈ, ਕਮਲ ਫੁੱਲ ਨਾਲ ਭੌਰੇ ਦੀ ਪ੍ਰੀਤ ਹੈ। ਔਰ ਇਸ ਤਰ੍ਹਾਂ ਦੀਆਂ ਗੁਰਬਾਣੀ ਵਿੱਚ ਕੁਝ ਹੋਰ ਉਦਾਹਰਨਾਂ ਨੇ, ਲਗਭਗ ਦਰਜਨ ਐਗਜ਼ੈਂਪਲਸ ਨੇ। ਜਿਵੇਂ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੀ, ਭਾਈ ਗੁਰਦਾਸ ਜੀ, ਤੋਂ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ। ਪਰ ਤੁਸੀਂ ਵੇਖੋ, ਇਹ ਜਿਹੜੀ ਪ੍ਰੀਤ ਹੈ ਮੱਛੀ ਦੀ ਪਾਣੀ ਨਾਲ, ਦੀਵੇ ਨਾਲ ਪਤੰਗੇ ਦੀ, ਤੇ ਕੌਲ ਫੁੱਲ ਨਾਲ ਭੌਰੇ ਦੀ, ਇਹ ਸਾਰੀਆਂ ਪ੍ਰੀਤਾਂ ਇੱਕ ਪਾਸੜ ਨੇ, ਪਰ ਉਹ ਪ੍ਰੀਤ ਨਹੀਂ ਛੱਡਦੇ। ਸਿੱਖ ਦੀ ਪ੍ਰੀਤ ਦਵੱਲੀ ਹੈ। ਸਿੱਖ ਗੁਰੂ ਨਾਲ ਪ੍ਰੀਤ ਕਰੇ ਨਾ, ਤੇ ਗੁਰੂ ਕਈ ਗੁਣਾ ਜ਼ਿਆਦਾ ਪ੍ਰੀਤ ਕਰਦਾ। ਪਰ ਇਹ ਜਿਹੜੀਆਂ ਪ੍ਰੀਤਾਂ ਨੇ, ਇਹ ਇੱਕ ਪਾਸੜ ਨੇ, ਇੱਕ ਤਰਫਾ ਪਿਆਰ ਹੈ। ਪਰ ਕਦੀ ਉਹਨਾਂ ਗਿਲਾ ਨਹੀਂ ਕੀਤਾ ਵੀ ਸਾਡਾ ਇੱਕ ਤਰਫਾ ਪਿਆਰ ਹੈ, ਔਰ ਯੁੱਗ ਬੀਤ ਗਏ ਨੇ, ਪਿਆਰ ਕਰਦਿਆਂ ਨੂੰ ਮਿਲਿਆ ਕੁਝ ਵੀ ਨਹੀਂ, ਚਲੋ ਪਿਆਰ ਛੱਡ ਦਈਏ। ਕਦੀ ਪਤੰਗਿਆਂ ਨੇ ਹੰਗਾਮੀ ਮੀਟਿੰਗ ਨਹੀਂ ਕੀਤੀ, ਯਾਰੋ ਹਨੇਰ ਸਾਈਂ ਦਾ ਯੁੱਗ ਬਦਲ ਗਏ, ਅਸੀਂ ਸ਼ਮਾ ਨਾਲ ਪਿਆਰ ਕਰਦੇ ਰਹੇ, ਸ਼ਮਾ ਸਾਨੂੰ ਭੁੰਨ ਕੇ ਉਹਦੇ ਵਿੱਚ ਤੇ ਮੌਤ ਦੇ ਘਾਟ ਉਤਾਰਦੀ ਰਹੀ, ਆਓ ਸਾਰੇ ਐਜੀਟੇਸ਼ਨ ਕਰ ਦਈਏ, ਅੰਦੋਲਨ ਕਰ ਦਈਏ, ਅੱਜ ਤੋਂ ਬਾਅਦ ਸ਼ਮਾ ਨਾਲ ਪਿਆਰ ਨਹੀਂ ਕਰਨਾ, ਪ੍ਰੀਤ ਨਹੀਂ ਕਰਨੀ। ਉਹ ਹੁਣ ਵੀ ਕਰੀ ਤੁਰੇ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ 'ਚ ਇਹ ਐਗਜ਼ੈਂਪਲ ਦਿੱਤੀ ਹੈ। ਕਿਹੜੀ? ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਕਰ। ਦੀਪਕ, ਦੀਵਾ, ਸ਼ਮਾ, ਉਹਦੇ ਤੇ ਪ੍ਰੀਤ ਕਾਰਨ ਪਤੰਗਾ ਹੁੰਦਾ ਤੇ ਕੀੜਾ ਹੀ ਹੈ, ਪਰ ਇਹ ਉੱਡਣ ਵਾਲਾ ਕੀੜਾ ਹੁੰਦਾ। ਸਾਡੇ ਉੱਥੇ ਸਾਉਣ ਭਾਦਰੋਂ ਦੇ ਦਿਨਾਂ 'ਚ ਜਦੋਂ ਮੀਂਹ ਪੈਂਦੇ ਨੇ ਤੇ ਮਰਕਰੀ ਲਾਈਟਸ ਨੇ ਜਿੱਥੇ, ਉੱਥੇ ਆਮ ਤੌਰ ਤੇ ਤੁਹਾਨੂੰ ਇਹ ਮੰਡਰਾਉਂਦੇ ਹੋਏ ਨਜ਼ਰ ਆ ਜਾਣਗੇ। ਕਈ ਮਰ ਕੇ ਥੱਲੇ ਵੀ ਡਿੱਗੇ ਹੁੰਦੇ ਨੇ, ਪਤੰਗਾ ਕਹਿ ਦਿੰਦੇ ਨੇ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਕਰ। ਪਤੰਗਾ ਦੀਵੇ ਤੇ ਪ੍ਰੀਤ ਦੀ ਰੀਤ ਕਰਕੇ ਆਉਂਦਾ ਹੈ, ਉਹਦੇ ਨਾਲ ਪ੍ਰੀਤ ਕਰਦਾ ਹੈ। ਅੱਛਾ, ਦੀਪਕ ਕੀ ਕਰਦਾ ਹੈ? ਭਾਈ ਸਾਹਿਬ ਕਹਿੰਦੇ ਨੇ, ਦੀਪਕ ਮਹਾ ਵਿਪਰੀਤ ਮਿਲੇ ਜਾ ਰਿਹਾ। ਦੀਪਕ ਉਹਦੇ ਨਾਲ ਬਿਲਕੁਲ ਵਿਪਰੀਤ ਕਰਦਾ ਹੈ। ਉਹ ਪਿਆਰ ਕਰਦਾ ਹੈ, ਉਹ ਬਦਲੇ ਵਿੱਚ ਮੌਤ ਦਿੰਦਾ ਹੈ। ਦੀਪਕ ਹੈ ਮਹਾ ਵਿਪਰੀਤ ਕਰਦਾ, ਬਿਲਕੁਲ ਉਲਟੀ ਗੱਲ ਕਰਦਾ। ਮਿਲੇ ਜਾ ਰਿਹਾ, ਜਿਵੇਂ ਹੀ ਉਹ ਮਿਲਦਾ ਹੈ ਉਹਨੂੰ ਸਾੜ ਦਿੰਦਾ। ਫਿਰ ਕਹਿੰਦੇ ਅਲ ਚੱਲ ਆਵਤ ਕਮਲ ਪੈ ਸਨੇਹ ਕਰ। ਅਲ ਨਾਮ ਭੌਰੇ ਦਾ। ਭੌਰਾ ਬੜਾ ਸਨੇਹ ਕਰਕੇ, ਪਿਆਰ ਕਰਕੇ ਉਹ ਕੌਲ ਫੁੱਲ ਤੇ ਆਉਂਦਾ ਹੈ। ਸੰਗਤ ਜੀ, ਕਿਸੇ ਨਿਰਜਰ ਜੰਗਲ ਵਿੱਚ ਕੌਲ ਫੁੱਲ ਖਿੜਿਆ ਹੋਵੇ ਨਾ, ਬਹੁਤ ਦਰੇਡਾ, ਤੇ ਭੌਰੇ ਕੋਲ ਇੱਕ ਨੈਚੁਰਲ ਕੈਂਪਾਸ ਹੈ। ਉਹ ਕੈਂਪਾਸ ਉਹਨੂੰ ਦੱਸਦਾ ਹੈ ਵੀ ਕੌਲ ਫੁੱਲ ਖਿੜ ਗਿਆ, ਫਲਾਂ ਦਿਸ਼ਾ ਵਿੱਚ ਔਰ ਇਤਨੀ ਦੂਰੀ ਤੇ ਹੈ। ਬਸ ਫਿਰ ਉਹ ਆਪ ਦੇਖਦਾ ਨਾ ਤਾਬ, ਚੱਲ ਪੈਂਦਾ ਉਧਰ, ਔਰ ਜਾ ਕੇ ਉਹਦੀਆਂ ਪਰਿਕਰਮਾ ਕਰਦਾ, ਫਿਰ ਉਹਨੂੰ ਸੁੰਘਦਾ, ਫਿਰ ਉਹਦੇ ਵਿੱਚ ਬੈਠ ਜਾਂਦਾ। ਤ੍ਰਿਪਤ ਨਹੀਂ ਹੁੰਦਾ, ਸੁੰਘੀ ਤੁਰਿਆ ਜਾਂਦਾ। ਉਹਨੂੰ ਵੀ ਪਤਾ ਹੈ ਵੀ ਜਿਵੇਂ ਜਿਵੇਂ ਸੂਰਜ ਓਲੇ ਹੋਵੇਗਾ, ਕੌਲ ਫੁੱਲ ਨੇ ਆਪਣਾ ਪਰਿਵਾਰ ਸਮੇਟਣਾ, ਪਰ ਪ੍ਰੀਤ ਇੰਨੀ ਕਰਦਾ ਹੈ, ਕਹਿੰਦਾ ਥੋੜਾ ਜਿਹਾ ਰਸ ਹੋਰ ਲੈ ਲਾ, ਫਿਰ ਨਿਕਲ ਜਾਗਾ। ਐਸਾ ਕਰਦਿਆਂ ਕੀ ਹੁੰਦਾ ਵੀ ਆਹਿਸਤਾ ਕੌਲ ਫੁੱਲ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਅਲੋਪ ਹੁੰਦੀਆਂ ਨੇ, ਓਲੇ ਹੁੰਦਾ ਹੈ, ਤਿਵੇਂ ਉਹ ਆਪਣੇ ਪਰਿਵਾਰ ਨੂੰ ਸਮੇਟਣਾ ਸ਼ੁਰੂ ਕਰਦਾ। ਉਹ ਇੱਕ ਸਟੇਜ ਤੇ ਉਹ ਬਿਲਕੁਲ 에ਅਰ ਟਾਈਟ ਹੋ ਜਾਂਦਾ ਹੈ। ਕੌਲ ਫੁੱਲ ਜਿਹੜਾ ਬਿਲਕੁਲ 에ਅਰ ਟਾਈਟ ਹੋ ਜਾਂਦਾ ਹੈ। ਔਰ ਜਦੋਂ 에ਅਰ ਟਾਈਟ ਹੋ ਜਾਂਦਾ, ਅੰਦਰਲੀ ਹਵਾ ਅੰਦਰ, ਬਾਹਰਲੀ ਬਾਹਰ, ਉਹਨੂੰ ਆਕਸੀਜਨ ਨਹੀਂ ਮਿਲਦੀ, ਸਵਾਸ ਨਹੀਂ ਮਿਲਦੇ, ਉਹਦੀ ਮੌਤ ਹੋ ਜਾਂਦੀ। ਹੁਣ ਪ੍ਰੀਤ ਨਾਲ ਗਿਆ ਭੌਰਾ ਕੌਲ ਫੁੱਲ ਕੋਲ, ਤੇ ਕੌਲ ਫੁੱਲ ਨੇ ਬਦਲੇ 'ਚ ਕੀ ਦਿੱਤਾ? ਮੌਤ।
ਭਾਈ ਸਾਹਿਬ ਮੈਸੇਜ ਦੇਣਾ ਚਾਹੁੰਦੇ ਨੇ, ਕਹਿੰਦੇ ਨੇ ਵੇਖੋ ਅੱਜ ਤੱਕ ਭੌਰਿਆਂ ਨੇ ਇਹ ਨਹੀਂ ਕਿਹਾ ਵੀ ਚਲੋ ਕੌਲ ਫੁੱਲ ਨਾਲ ਪ੍ਰੀਤ ਕਰਨੀ ਛੱਡ ਦਈਏ, ਇਹ ਤੇ ਬਦਲੇ ਵਿੱਚ ਮੌਤ ਦਿੰਦਾ, ਆਪਾਂ ਪ੍ਰੀਤ ਕਰਕੇ ਲੈਣਾ ਕੀ ਹੈ। ਹੁਣ ਵੀ ਪ੍ਰੀਤ ਕਰਦੇ ਨੇ, ਇੱਕ ਪਾਸੜ ਪ੍ਰੇਮ ਹੈ, ਇੱਕ ਤਰਫਾ ਪਿਆਰ ਹੈ, ਔਰ ਸਾਰੀ ਬੰਸ ਪਿਆਰ ਕਰਦੀ ਹੈ, ਛੱਡਦੀ ਹੋਈ ਨਹੀਂ। ਤੀਜੀ ਐਗਜ਼ਾਮਪਲ, ਮਨ ਬਚ ਕਰਮ ਲਿਵ ਲੀਨ ਜਲ ਮੀਨ ਗਤ ਵਿਛਰਤ ਰਾਖ ਨਾ ਪਰਤ ਗਏ ਡਾਰ ਹੈ। ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ। ਮੱਛੀ ਪਾਣੀ ਨੂੰ ਪ੍ਰੀਤ ਕਰਦੀ ਹੈ, ਮਨ ਕਰਕੇ ਵੀ ਕਰਦੀ ਹੈ, ਫਿਜ਼ੀਕਲੀ ਤੇ ਹੈ ਹੀ ਹੈ, ਪਾਣੀ ਤੋਂ ਵਿਛੜਦੀ ਹੋਈ ਨਹੀਂ, ਉਹਦੇ ਵਿੱਚ ਹੀ ਜਨਮ ਲੈਂਦੀ ਹੈ, ਉਹਦੇ 'ਚ ਹੀ ਖੇਡਦੀ ਹੈ, ਉਹਦੇ 'ਚ ਹੀ ਮਰ ਜਾਂਦੀ ਹੈ। ਮਨ ਕਰਕੇ ਵੀ ਕਰਦੀ ਹੈ, ਬਚਨਾ ਕਰਕੇ ਵੀ ਕਰਦੀ ਹੈ, ਔਰ ਕਰਮਾਂ ਕਰਕੇ ਵੀ ਕਰਦੀ ਹੈ। ਪਰ ਜਦੋਂ ਝੂਰ ਆਉਂਦਾ ਹੈ, ਪਾਣੀ ਉਹਦੀ ਸੁਰੱਖਿਆ ਨਹੀਂ ਕਰ ਸਕਦਾ। ਪਰ ਮੱਛੀਆਂ ਫਿਰ ਵੀ ਪ੍ਰੀਤ ਕਰੀ ਜਾਂਦੀਆਂ ਨੇ। ਹੁਣ ਅਖੀਰ ਵਿੱਚ ਜਿਹੜਾ ਮੈਸੇਜ ਭਾਈ ਸਾਹਿਬ ਦਿੰਦੇ ਨੇ, ਉਹ ਥੋੜਾ ਜਿਹਾ ਸੁਰ ਤੇ ਜ਼ੋਰ ਦੇ ਕੇ ਸੁਣਨ ਵਾਲਾ ਹੈ, ਕੰਨ ਤੇ ਮਨ ਦੋਵੇਂ ਦੇ ਕੇ ਸੁਣਨ ਵਾਲਾ ਹੈ। ਕਹਿੰਦੇ ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ। ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਬਸਾਰ ਹੈ। ਇਹ ਉਪਰਲੀਆਂ ਪ੍ਰੀਤਾਂ ਦੁਖਦਾਈ ਨੇ, ਪ੍ਰੀਤ ਦੇ ਬਦਲੇ ਵਿੱਚ ਮੌਤ ਮਿਲਦੀ ਹੈ, ਪਰ ਪ੍ਰੀਤ ਉਹ ਫਿਰ ਵੀ ਨਹੀਂ ਛੱਡਦੇ। ਨਾ ਪਤੰਗਾ ਪ੍ਰੀਤ ਛੱਡਦਾ ਹੈ, ਨਾ ਭੌਰਾ ਪ੍ਰੀਤ ਛੱਡਦਾ ਹੈ, ਨਾ ਮੱਛੀ ਪ੍ਰੀਤ ਛੱਡਦੀ ਹੈ। ਪ੍ਰੀਤ ਕਰੀ ਜਾਂਦੇ ਨੇ, ਮਿਲਦਾ ਕੁਝ ਵੀ ਨਹੀਂ, ਬਦਲੇ ਵਿੱਚ ਮੌਤ ਮਿਲਦੀ, ਫਿਰ ਵੀ ਪਿਆਰ ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਕਰੀ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਨੇ ਇਹ ਦੁਖਦਾਈ ਪ੍ਰੀਤ ਹੈ, ਇੱਕ ਪਾਸੜ ਪ੍ਰੀਤ ਹੈ, ਇੱਕ ਤਰਫਾ ਪਿਆਰ ਹੈ, ਉਹ ਫਿਰ ਵੀ ਨਹੀਂ ਛੱਡਦੇ। ਸਿੱਖਾ ਤੇਰਾ ਤੇ ਪਿਆਰ ਦੋ ਤਰਫਾ ਹੈ। ਚਰਨ ਸ਼ਰਨ ਗੁਰੂ ਦੀ ਚਰਨ ਸ਼ਰਨ, ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਦੁਖਦਾਈ ਪ੍ਰੀਤ ਕੀ ਪ੍ਰਤੀਤ, ਪ੍ਰਤੀਤ ਕਹਿੰਦੇ ਫੇਤ ਨੂੰ, ਪ੍ਰਤੀਤ ਕਹਿੰਦੇ ਵਿਸ਼ਵਾਸ ਨੂੰ, ਪ੍ਰਤੀਤ ਕਹਿੰਦੇ ਭਰੋਸੇ ਨੂੰ, ਵਸਾਹ ਨੂੰ। ਇਹ ਦੁਖਦਾਈ ਪ੍ਰੀਤ ਵਿੱਚ ਉਹਨਾਂ ਦਾ ਕਿੰਨਾ ਵਿਸ਼ਵਾਸ ਹੈ, ਕਿੰਨਾ ਭਰੋਸਾ ਹੈ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ। ਮਰ ਭਾਵੇਂ ਜਾਣ, ਪਰ ਉਹ ਪ੍ਰੀਤ ਕਰਨੀ ਨਹੀਂ ਛੱਡਦੇ। ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਸਾਰ ਹੈ। ਤੇਰੀ ਤੇ ਪ੍ਰੀਤ ਸੁਖਦਾਈ ਹੈ, ਤੂੰ ਗੁਰੂ ਦੀ ਪ੍ਰੀਤ ਕਿਉਂ ਵਸਾਰਨਾ। ਭਗਤ ਨਾਮਦੇਵ ਸਾਹਿਬ ਕਹਿੰਦੇ ਮੇਰੀ ਤੇ ਪ੍ਰੀਤ ਇਸ ਤਰ੍ਹਾਂ ਦੀ ਹੈ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ। ਜਿਵੇਂ ਵੱਛੇ ਤੋਂ ਬਿਨਾਂ ਗਾਂ ਤੜਫਦੀ ਹੈ, ਮੈਂ ਜਦੋਂ ਨਾਮ ਨਾ ਜਪਾਂ ਤੇ ਮੇਰੇ ਅੰਦਰ ਤੜਫਣਾ ਲੱਗ ਜਾਂਦੀ ਹੈ। ਇਹ ਨਾਮਦੇਵ ਸਾਹਿਬ ਮਹਾਰਾਜ ਦੀ ਅਵਸਥਾ ਹੈ, ਮੇਰੀ ਨਹੀਂ। ਮੇਰੇ ਤੇ ਹਾਲਾਤ ਉਹ ਨੇ ਜਿਵੇਂ ਸਾਡੇ ਉੱਥੇ ਲੁਧਿਆਣੇ ਰੇਲਵੇ ਸਟੇਸ਼ਨ ਤੇ ਨਾ ਟਿਕਟਾਂ ਕੱਟਣ ਲਈ ਇੱਕ ਬਾਬੂ ਬੈਠਾ ਹੁੰਦਾ ਹੈ। ਉਹਨੂੰ ਪੁੱਛੀਏ ਨਾ, ਬਾਬੂ ਜੀ ਕਦੀ ਬੰਬੇ ਗਏ? ਉਹ ਕਹਿੰਦਾ ਨਹੀਂ। ਕਲਕੱਤੇ ਗਏ ਹੋ? ਨਾ। ਅਹਿਮਦਾਬਾਦ ਨਹੀਂ ਗਿਆ, ਨਾਗਪੁਰ ਵੀ ਨਹੀਂ ਗਿਆ, ਪੁਣੇ ਵੀ ਨਹੀਂ ਗਿਆ, ਰਾਉਰਕੇਲਾ ਵੀ ਨਹੀਂ ਗਿਆ, ਦੁਰਗਾਪੁਰ ਵੀ ਨਹੀਂ ਗਿਆ, ਕਿਤੇ ਨਹੀਂ ਗਿਆ, ਪਰ ਲੋਕਾਂ ਨੂੰ ਟਿਕਟਾਂ ਕੱਟ ਕੱਟ ਕੇ ਦੇਈ ਜਾਂਦਾ। ਤੋ ਸਾਡੇ ਵਰਗਿਆਂ ਦੇ ਉਹ ਹਾਲਾਤ ਨੇ। ਮਹਾਰਾਜ ਨੇ ਸੇਵਾ ਇਸ ਤਰ੍ਹਾਂ ਦੀ ਲਾਈ ਹੋਈ ਹੈ। ਪਰ ਨਾਮਦੇਵ ਸਾਹਿਬ ਮਹਾਰਾਜ ਦੀ ਇਹ ਉੱਚੀ ਆਤਮਿਕ ਅਵਸਥਾ ਹੈ, ਜਿਹਦੇ ਸੰਬੰਧ ਵਿੱਚ ਮੈਂ ਕਥਾ ਦੀ ਸ਼ੁਰੂਆਤ ਵਿੱਚ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਿੱਤੀ ਸੀ। ਹੁਣ ਇਹ ਤੇ ਹੋ ਗਈ ਅਵਸਥਾ ਨਾਮ ਤੋਂ ਵਿਛੜ ਕੇ ਜੋ ਬਣਦਾ ਹੈ। ਜਦੋਂ ਮੈਨੂੰ ਨਾਮ ਵਿਸਰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਉ। ਜਦੋਂ ਮੈਂ ਆਖਣਾ ਵਾਂ ਵਾਹਿਗੁਰੂ ਵਾਹਿਗੁਰੂ, ਮੈਨੂੰ ਆਤਮਿਕ ਜੀਵਨ ਮਿਲਦਾ ਹੈ, ਔਰ ਜਦੋਂ ਮੈਂ ਵਿਸਰ ਜਾਣਾ ਵਾਂ ਮੇਰੀ ਆਤਮਿਕ ਮੌਤ ਹੋ ਜਾਂਦੀ। ਸਰੀਰਕ ਮੌਤ ਨਹੀਂ ਹੁੰਦੀ। ਮੈਂ ਬੇਨਤੀ ਕਰਦਿਆਂ, ਜਿਹੜੇ ਮਨਮੁਖ ਨੇ ਨਾ, ਉਹ ਕਈ ਵਾਰ ਗੁਰਮੁਖ ਨਾਲੋਂ ਜ਼ਿਆਦਾ ਰਿਸ਼ਟ ਪੁਸ਼ਟ ਹੁੰਦੇ ਜੀ। ਇਹ ਵੀ ਮੈਂ ਬੇਨਤੀ ਕਰਦਿਆਂ, ਇਹ ਸ਼ਾਰੀਰਿਕ ਮੌਤ ਦੀ ਤੇ ਜ਼ਿੰਦਗੀ ਦੀ ਗੱਲ ਨਹੀਂ ਚੱਲ ਰਹੀ, ਇਹ ਆਤਮਿਕ ਜੀਵਨ ਦੀ ਗੱਲ ਹੈ। ਆਖਾਂ ਜੀਵਾਂ ਵਿਸਰੈ ਮਰ ਜਾ, ਸੋ ਜੀਵਿਆ ਕਿ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਹੁਣ ਮੈਂ ਬਾਕੀ ਸ਼ਬਦ ਵੀ ਤੁਹਾਡੇ ਸਾਹਮਣੇ ਐਕਸਪਲੇਨ ਕਰਾਂ। ਸਾਡੇ ਕੋਲ 15 ਕੁ ਮਿੰਟ ਬਚੇ ਨੇ। ਜੈਸੇ ਗਾय का बाछा छूटला,
किले नालों बच्चा खुल जाए, क्योंकि हुण छोटा बच्चा जिहड़ा है, छोटा जा है जिहड़ा, वो पट्ठे ते खा नहीं सकता जी, ਉਹਦੀ खुराक है मां का दुध। फिर वो सपाट दौड़ के जाके अपनी मां के थले पै जाता है, और फिर वो थण मूँह च पा के वो दुध चुंगदा है। 2-3 बार थोड़ा जिहा इकट्ठा करके फिर वो घुट भर के अंदर लगाता है। जैसे गाय का बाछा छूटला, थन चोखता, माखन घूटला, इत्थे माखन मीन दुध है। और फिर वो थोड़ा जिहा इकट्ठा करके जदों अंदर निकलता है, भुख लगी हुंदी है, एक तो भुख लगी है, एक ताज़ा दुध है, उन्होंने बड़ा लुत्फ आता है, बड़ा स्वादी लगता है। मैं कई बार बेनती करना हुन्ना, असीं घरां च भी कई बार नखरे करने जी, लूण ठीक नहीं जी, मिर्चां ज़्यादियां पै गईयां ने जी, इदां हो गया जी, उदां हो गया जी। गुरुद्वारियां च भी नखरे करने। असल विच पदार्थ पता सानूं स्वादी क्यों नहीं लगदे? पदार्थ स्वादी लगते हैं जदों भुख लगी होवे। तुसीं एक दिन प्रशादा ना छको, अगले दिन सवेरे उठ के रात की बही रोटी खा के वेख लिया, जे स्वादी ना लगे तो मैनू आके पकड़ लिया जे। हुण जदों सारा दिन ही तुन बतुन करी आउणी, एक घंटा भी खाली नहीं जाण देना, कदी सूप, कदी जूस, कदी चाह, कदी कॉफी, कदी ब्रेकफास्ट, कदी लंच, कदी डिनर, कदी कुछ साह आउणी नहीं देना, तो स्वादी की लगे? श्री गुरु ग्रंथ साहब महाराज कहते ने, भुखै साधै गंढ। गुरमुखो, स्वाद दा संबंध भुख नाल है, MDH दे मसालियां नाल नहीं। जे भुख लगी है तो साधारण भोजन भी स्वादी लगेगा, तो जे भुख नहीं लगी तो स्वादी भोजन भी बेस्वादा लगेगा। इसलिए भुख लाइए, डट के काम करिए, काम नहीं तो सैर करिए, तो जे कुछ भी नहीं तो थोड़ा उन्ना को खा लीए जिन्नी को जरूरत है। जो भुख लगे घड़ी वाल वेख के ना खाइए, भुख वाल वेख के खा लीए। पर सानू मैडिकल साइंस ने इस तरह प्रिपेयर कर दिता है भी नहीं जी, इदा इन्ने चिर बाद खाई जाना है, नहीं तो इदा हो जाएगा, नहीं तो इदा हो जाएगा। कुछ नहीं हुंदा। भुख नहीं लगी तो जो कुछ भी पाने हो पचदा नहीं, वो अमृत नहीं बनता, वो विकार पैदा करता है। भुख लगी है तो फिर अमृत है। खैर, एक तो उन्होंने भुख लगी हुंदी है, तो एक ताज़ा दुध हुंदा है, वो फिर घुट भर भर के अंदर लंघांदा ना, जिवें उन्होंने चंगा लगता है। इस तरह जदों मैं वाहिगुरू 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 घुट भरना वा ना, तो मैनू बहुत स्वाद आता है, बड़ा आनंद आता है। वो तो सीधा थण मूँह च पा लैंदा ना, तो जिहड़े जपण वाले ने वो जिहड़ा पदार्थ छकदे ने ना, वो अपने श्वासां दा प्याला बना लेंदे ने। एक जो बात अनूप बनी है, एक बड़ी अद्भुत वंडरफुल गल बन गई कि पवन प्याला साजिया। मैं पौना दा प्याला बना के ना, सास सास सिमरो गोबिंद, मन अंतर की उतरै चिंत। मैं श्वासां नूं ही प्याला बना के ते भर भर के प्याले गट गट करके पीना, बड़ा रस आउंदा है। किस तरह का रस आउंदा भगत जी? कहते जैसे गाय का बाछा छूटला, थन चोखता, माखन कूटला। जिवें उन्होंने अपनी मां का दुध पी के आनंद आता है, इस तरह जो मैं वागरू वागरू करना उदों मैनू आनंद आता है। पर यह थोड़ा जिहा होर आनंद वध जाए, जिवें भुख लगी होवे ते भोजन छकीए तो स्वादी लगता है ना, इस तरह असीं सच्चे नाम की अपने अंदर भुख पैदा कर लईए। सच्चे नाम की लागै भूख, साचे नाम की लागै भूख, उत भूख है खाए चलिए दुख। जैसे गाय का बाछा छूटला, थन चोखता, माखन कूटला। नाम देव नारायण पाया, गुर भेटत अलख लखाया। नामदेव ने गुरु दे दसे मार्ग ते चल के नारायण नूं प्राप्त कर लिया, क्योंकि गुरु कोलों नाम की दात प्राप्त हुई। वो जिहड़ी ताला बेली सी, वो जिवें गां तड़फदी है बच्चे तो बिना, वो जिहड़ी तिलमिलाहट सी, तड़फनी सी, वो सिमरन ने मेरी दूर कर दी। क्योंकि सिमरन की एक खासियत है साध संगत जी,
ਇਹ ਜਿਹੜੇ ਜਿਹੜੇ ਕਰ ਲੈਣਗੇ ਉਹਨਾਂ ਨੂੰ ਘਰ ਬਾਹਰ ਦੇਸ਼ ਵਿਦੇਸ਼ ਲੋਕ ਪਰਲੋਕ ਜਿੱਥੇ ਜਿਵੇਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੋਵੇਗੀ ਨਾ, ਨਾਮ ਕਨਵਰਟ ਹੋ ਕੇ ਉੱਥੇ ਖੜਾ ਹੋ ਜਾਏਗਾ। ਹੁਣ ਤੇ ਅਸੀਂ ਜਪਦੇ ਹੀ ਨਹੀਂ ਤੇ ਅਸੀਂ ਫਿਰ ਤਰਕ ਕਰਨੇ ਵੀ ਕਿੱਦਾਂ ਹੋ ਜਾਂਦਾ ਜੀ, ਇਦਾਂ ਨਹੀਂ ਹੁੰਦਾ ਜੀ, ਉਦਾਂ ਨਹੀਂ ਹੁੰਦਾ ਜੀ। ਹੁੰਦਾ ਹੈ ਜੇ ਉਹ ਇਕੱਠਾ ਕਰ ਲਈਏ ਤਾਂ ਬੜੀ ਸਹਾਇਤਾ ਕਰਦਾ। ਕੈਸੀ ਸਹਾਇਤਾ ਕਰਦਾ, ਮੈਂ ਇੱਕ ਸ਼ਬਦ ਤੁਹਾਡੀ ਨਜ਼ਰ ਕਰਾਂ। ਹਜ਼ੂਰ ਪੰਚਮ ਪਾਤਸ਼ਾਹ ਕਹਿੰਦੇ ਨੇ, ਐਸੋ ਸਹਾਈ ਹਰ ਕੋ ਨਾਮ। ਪਰਮਾਤਮਾ ਦਾ ਨਾਮ ਇਸ ਤਰ੍ਹਾਂ ਸਹਾਇਤਾ ਕਰਦਾ ਹੈ ਜਿਵੇਂ ਮੈਂ ਹੇਠਲੀਆਂ ਪੰਕਤੀਆਂ ਵਿੱਚ ਬਿਆਨ ਕਰਨ ਲੱਗਾ। ਭਗਤ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਐਸੋ ਸਹਾਈ ਹਰ ਕੋ ਨਾਮ। ਇਹ ਬੜੀ ਸਹਾਇਤਾ ਕਰਦਾ ਹੈ ਇਸ ਵਾਸਤੇ, ਸਾਧ ਸੰਗਤ ਭਜ ਪੂਰਨ ਕਾਮ। ਤੂੰ ਕੀ ਕਰਿਆ ਕਰ, ਇਹ ਜਿਹੜਾ ਪ੍ਰਮਾਤਮਾ ਦਾ ਨਾਮ ਇਸ ਤਰ੍ਹਾਂ ਸਹਾਇਤਾ ਕਰਦਾ ਹੈ ਨਾ, ਇਹਨੂੰ ਸੰਗਤ ਵਿੱਚ ਜੁੜ ਕੇ ਤੇ ਤੂੰ ਜਪਿਆ ਕਰ, ਤੇਰੇ ਕਾਰਜ ਪੂਰੇ ਹੋਣਗੇ। ਤਰ ਜੀਅਰੇ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇਂ ਰਾਸ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਮਹਾਰਾਜ ਕੈਸੋ ਸਹਾਈ ਹਰ ਕੋ ਨਾਮ, ਤਾਂ ਮਹਾਰਾਜ ਫਿਰ ਸ਼ੁਰੂ ਹੋ ਜਾਂਦੇ ਨੇ। ਕਹਿੰਦੇ ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਖੀਰ। जैसे रण में सखा प्रात, जैसे भूखे भोजन मात, जैसे किरखै शरण किरखै बरस मेघ, जैसे पालन शरण सेंग, गरड़ मुख नहीं सरप त्रास, सुआ पिंजर नहीं खाए बलास, जैसे आंडो हिरदे माए, जैसे दानो चकी दरा। 12 उदाहरण हजूर ने दित्तियां, 12 उदाहरण एग्जाम्पल्स किवें कन्वर्ट होके खड़ा हो जाता है। जिवें सुखमनी साहब तुसीं पढ़दे हो ना, हनेरे विच चानण, भुखियां ते टिफिन, अनाड़ियां ते गाइड, प्यास लगी है तो ठंडा पानी, मतलब जिद्दां जिद्दां दी रिक्वायरमेंट है कन्वर्ट होके खड़ा हो जाएगा। हुण साडी समस्या की है, कदी 1 मिनट भी बैठ के मैडिटेशन नहीं किया, तर्क शुरू कर, नहीं जी इदां किदां हो सकता है, तुरते सही ना, तो फिर नहीं होगा, तो फिर गलबात कर ली, होगा क्यों नहीं होगा। हजूर ने जमानत दी है, सतगुर की बाणी सत सत कर जानो गुर सिखो, हर करता आप मुंहों कढ़ावे, अते जैसी मैं आवे खसम की बाणी तैसड़ा करी, ज्ञान में ला लो। हाँ आपों बोल ना जानदा, मैं कहा सब हुक्माओ जी, मैं आप तो कुछ कहना जानता ही नहीं, वाहिगुरु वाहिगुरु, मैं कहा सब हुक्माओ जी। बूढ़त को जैसे बेड़ी मिलत, बेड़ी की कीमत की हुंदी है, किश्ती की कीमत की हुंदी है, ये डुबन वाले नूं पुछ के वेखो, डुब रहा है, मौत अपने आगोश विच लै रही है, तो तुसी जाके कहो भी मित्रा वेख तू डुब रहा है, तेरी जीवन का अंत हो रहा है, जे तेनू बचा ला तो की देंगा, तो कहेगा भरावा जो तू कहेगा देंगा, मैनू बचा लै। इदा सही हुंदा नाम। जदों आत्मक मौते मरन लगी तो गुट तो फड़ के घड़ीस के नाम बेड़ी बन जाता, अपने विच बिठा लेंदा। मैं थोड़ा थोड़ा इन्हों खोलता जा और बचे हुए 5-6 मिनटां समाप्ति भी कर दे। बूढ़त को जैसे बेड़ी मिलत, बूझत दीपक मिलत तिलत, तेल मुक गया है, दीवा फक फक करके बुझन लगा है, तुसी अडोल जाके पली तेल दी पा दिओ, दोबारा टैक पेगा। जिवें तुसी आत्मक मौते मरन लगो, तुसी वाहिगुरु 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 दा तेल पाना शुरू करो, आत्मक जीवन की रौं दोबारा शुरू हो जाएगी। बूझत दीपक मिलत तिलत, जलत अग्नि मिलत नीर, बलदी हुई अग विच पानी डोलीए तो जिवें शांत हो जाती है, इस तरह नाम जपन नाल तेरी तृष्णा, तेरा क्रोध शांत हो जाएगा, बुझ जाएगी तृष्णा की अग, होर कोई पदार्थ नहीं इहनूं बुझाउण वाला। जलत अग्नि मिलत नीर, जैसे बारक मुख है खीर, छोटा बच्चा जिहड़ा मां दा दुध पींदा, पंगूड़े च पाया होया और रोन लग पे तो मां नूं पता है,
ਉਹ ਸਹਿਜੇ ਜੇ ਚੁੱਕ ਕੇ ਹਿੱਕ ਨਾਲ ਲਾ ਕੇ ਦੁੱਧ ਪਿਆਣਾ ਸ਼ੁਰੂ, ਬੱਚਾ ਚੁੱਪ ਕਰ ਜਾਂਦਾ। ਇਸ ਤਰ੍ਹਾਂ ਜਦੋਂ ਤੂੰ ਰੋਣਾ ਹੈ ਆਪਣੇ ਦੁੱਖਾਂ ਤੋਂ, ਕਲਪਨਾ ਹੈ, ਵਿਚਲਤ ਹੁੰਨਾ ਹੈ, ਤੇ ਤੇਰੇ ਰੋਣ ਨੂੰ ਕਿਸੇ ਨੇ ਨਹੀਂ ਸੁਣਨਾ, ਤੂੰ ਵਾਹਿਗੁਰੂ ਨਾਮ ਦੀ ਨਿੱਪਲ ਮੂੰਹ ਚ ਲੈ ਲਿਆ ਕਰ, ਤੇਰੇ ਰੋਣੇ ਧੋਣੇ ਬੰਦ ਹੋ ਜਾਣਗੇ। बूढ़त को जैसे बेड़ी मिलत, बूझत दीपक मिलत, तिलत जलत अग्नि मिलत नीर, जैसे बारक मुख है खीर, जैसे रण में सखा भरात। मैदाने जंग विच जिवें भरा दी मदद करदा है, इस तरह मुसीबत विच नाम तेरी मदद करेगा। जैसे रण में सखा भरात, जैसे भूखे भोजन मात। भुखे पुत्र दी परवाह जिन्नी मां करदी है ना, उन्नी होर नहीं जे कोई करता। ये मैं बेनती कर दिया। पत्नी भी थाल परोसती है, भैन भी परोस सकती है, पर मैनू खिमा करना, जिस तरह मां परोसती है इस तरह कोई नहीं परोस सकता। तुसी कल्पी जाओ भी मेरा कोलेस्ट्रॉल वधिया, मेरा यूरिक एसिड वधिया, उन्हें घ्यो मक्खण धक्के नाल तुर नहीं देना, विच होर नहीं कोई पाएगा। तुसी आखोगे भी पाओ तो उन्हें कहना जी तुहाडा कोलेस्ट्रॉल वधिया, ना लवो, डॉक्टर ने मना किया। अच्छा तुसी इहनूं छड्ड दिओ, जो रसोई विच बनाउण लग्गिया मां दीआं अखां विचों वाइब्रेशन खाने विच जांदे ने, वो होर किसे दे नहीं जाणगे। कदी किसे होस्टल विच नखरे जदों तुसी करदे हो, ते कदी किसे ने कहा भी खा ले इत्थे प्यो नहीं बैठा, खा ले इत्थे घर वाली नहीं बैठी, इक्को गल कहंदे ने खा ले इत्थे मां नहीं बैठी। मां वर्गा नहीं कोई परोस सकता। बेटियों गुस्सा ना करियो, वो मां ही परोस सकती है। वो ममता होर किसी के हिरदे विच हो ही नहीं सकती। इस वास्ते जिन्हां कोल मां है ना, जिन्ने मर्जी रजेवे ने, उहदे कोल सवेरे शाम अद्धा पौना घंटा जरूर बैठिया करो। उन्हां नूं साडे बैलेंस नाल कोई मतलब नहीं, बैंक बैलेंस नाल, बस उन्हां कोल बैठ जाओ, दो चार गल्लां कर लो, पुछ लो, दस दिओ, कोई अचीव कीता ते दस दिओ। सब तो ज़्यादा खुशी तुहाडी मां नूं होवेगी। और जिन्हां नूं तुसीं दस दिओ ना, उपरों उपरों खुशी ज़ाहिर करदे ने, विचों कुछ होर ही हुंदा है। 2-2 घंटे असीं फोन करन नालों नहीं लांदे, पर मां नूं फोन कर लग्गिया 2 मिनट च बस हो जाती है। उहदे नाल भी लंमीआं गल्लां करिया करो। उहदे वर्गी ममता किते नहीं मिलेगी। जैसे भूखे भोजन मात, जैसे किरख है बरस मेघ। खेती सुक रही है और लोग कहते हैं वादे हुण होनी नहीं, अचानक बदल आए, मीह पैन लग पिया, दोबारा फिर हरी होगी। जदों तेरे हिरदे की भूमि सुकन लगे, तू वागरू वागरू करी, मूल मंत्र जपी, हिरदा तेरा खिड़ जाएगा। तू कहेगा सा धरत पई हरियावली, जिथे मेरा सतगुर बैठा है। जैसे किरख है बरस मेघ, जैसे पालन सरन सेंग। जिवें किसी सूरमे की शरण में जाके डर लै जाता भी यदी शरण च मेरा हुण कोई कुछ नहीं बिगाड़ सकता। 500 पठान कढ़े सन औरंगजेब ने, कोई रखदा नहीं सी। ते पीर बुद्धू शाह की सिफारिश ते महाराज ने, कलगीधर पातशाह ने उन्होंने रखिया सी। वो निश्चिंत हो गए सन भी हुण साडा कोई वाल नहीं विंगा कर सकता। फिर भी वो बेवफा जिहड़े सन, भंगाणी दे युद्ध विच वो साथ छड्ड गए। काले खां नूं छड्ड के बाकी सारे दौड़ गए सन। वाहिगुरू। गरड़ मुख नहीं सर्प त्रास, 9वीं एग्जाम्पल। मूँह विच गरड़ मंत्र है, सप का कोई डर नहीं। नाम इस तरह का मंत्र है, माया नागनी तेरे ते असर नहीं पा सकेगी। माया हुई नागनी जगत रही लपटाए। गरड़ मुख नहीं सर्प त्रास, सूआ पिंजर नहीं खाए बलास। तोता पिंजरे विच, हुण बिल्ले का कोई डर नहीं है। अपने दुआले सिमरन का कवच बना लै, मौत रूपी बिल्ले का डर खत्म हो जाएगा। मानस बपरा मूसा कीनो, मीच बिलैया खाई है। मौत रूपी बिल्ली खांदी है, यदा डर दूर हो जाएगा। अपने दुआले नाम का कवच बना लै, पिंजरा बना लै। जैसे आंडो हिरदे माहे, कूंज दूर गई हुई अपने बच्चों को चेता करती है। वो चेता करने नाल आंडे खराब नहीं होंगे, बच्चे महफूज रहिंदे ने आंडे विच। और जैसे दानों चक्की दरा है, जिवें चक्की दे किली नाल लगे हुए दाने पुड़ां विच दलीन तो बच जाते हैं, इस तरह संसार दे विच जो वकारां दीयां चक्कियां ने,
ਇਹਨਾਂ ਤੋਂ ਬਚਣਾ ਚਾਹੁੰਦਾ ਹੈ ਤੇ ਨਾਮ ਰੂਪੀ ਕਿੱਲੀ ਨਾਲ ਜੁੜ ਜਾ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਜਿਹੜੇ ਕਿੱਲੀ ਦੇ ਨੇੜੇ ਹੁੰਦੇ ਨੇ ਉਹਨਾਂ ਦਾ ਬਚਾਅ ਹੋ ਜਾ, ਬਾਕੀ ਦਲੇ ਜਾਂਦੇ ਨੇ, ਮੈਦਾ ਬਣ ਜਾਂਦੇ ਨੇ, ਆਟਾ ਬਣ ਜਾਂਦੇ ਨੇ, ਦਲੀਆ ਬਣ ਜਾਂਦੇ ਨੇ, ਪਰ ਜਿਹੜੇ ਕਿੱਲੀ ਦੇ ਨੇੜੇ ਚਲੇ ਜਾਣ ਉਹ 9/9 ਰਹਿੰਦੇ ਨੇ, ਕਾਇਮ ਦਾਇਮ ਰਹਿੰਦੇ ਨੇ, ਸਾਬਤ ਰਹਿੰਦੇ ਨੇ। 12 ਉਦਾਹਰਨਾਂ ਦੇ ਕੇ ਨਾ ਪ੍ਰੇਮੀਓ, ਗੁਰੂ ਅਰਜਨ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਦ੍ਰਿਸ਼ਟਾਂਤ ਸਿਰਫ 12 ਨਹੀਂ, ਹੋਰ ਵੀ ਨੇ, ਪਰ ਮੈਂ ਵਿਸਥਾਰ ਦੇ ਡਰ ਤੋਂ ਲਿਖਣਾ ਵਾ ਬਹੁਤ ਉਪਮਾ। ਨਾਮ ਦੀ ਉਪਮਾ ਬਹੁਤ ਜ਼ਿਆਦੀ ਹੈ, ਬਹੁਤ ਉਪਮਾ, ਬਹੁਤ ਉਪਮਾ। ਥੋਰ ਕਹੀ, ਮੈਂ ਥੋੜੀ ਜੀ ਕਹੀ ਹੈ। ਹਰ ਅਗੰਮ ਅਗੰਮ ਅਗਾਧ ਤੁਹੀ, ਊਚ ਮੂਚੋ ਬਹੁ ਅਪਾਰ, ਸਿਮਰਤ ਨਾਨਕ ਤਰੇ ਸਾਰ। ਉਹ ਬੜਾ ਉੱਚਾ ਹੈ, ਬਹੁਤ ਜ਼ਿਆਦਾ ਹੈ, ਮੁੱਚ ਮੈਨੇ ਜ਼ਿਆਦਾ। ਜਿਨ੍ਹਾਂ ਨੇ ਜਪਿਆ ਲੋਹੇ ਵਾਂਗੂ ਭਾਰੇ ਹੋ ਗਏ, ਜਿਹੜੇ ਪਾਪ ਕਰ ਕਰਕੇ ਲੋਹੇ ਵੱਤ ਭਾਰੇ ਹੋ ਗਏ ਸਨ, ਉਹ ਵੀ ਤਰ ਗਏ। ਅਜਾਮਲ ਪਾਪੀ ਜਗ ਜਾਣੇ ਸੀ, ਤੇ ਪੰਡਤ ਬ੍ਰਾਹਮਣ ਸੀ, ਔਰ ਸੀ ਵੀ ਵਿਦਵਾਨ, ਕਥਾਵਾਚਕ ਸੀ, ਔਰ ਜ਼ਿੰਦਗੀ ਦੇ ਲਾਸਟ ਪੜਾਅ ਵਿੱਚ ਜਾ ਕੇ ਵਿਕਾਰੀ ਹੋ ਗਿਆ। ਫਿਰ ਜਦੋਂ ਬੌੜੀ ਕੀਤੀ ਤੇ ਹਜ਼ੂਰ ਨੇ ਫਿਰ ਉਹਨੂੰ ਪਾਕ ਦਾਮਨ ਕਰ ਦਿੱਤਾ। ਅਜ਼ਾਮਲ ਪਾਪੀ, ਕੈਸਾ ਪਾਪੀ? ਜਗ ਜਾਣਾ, ਸ਼ਰੇਆਮ, ਸ਼ਰੇਆਮ ਸਭ ਕੁਝ ਕਰਨ ਲੱਗ ਪਿਆ। ਸਮਾਜ ਦਾ ਡਰ ਪਾਉ ਲਾ ਕੇ ਜਗ ਜਗ ਜਾਣਾ। ਪਰ ਹਜ਼ੂਰ ਕਹਿੰਦੇ ਨਿਮਖ ਮਾਹੇ ਨਿਸਤਾਰਾ, ਅੱਖ ਝਮੱਕਣ ਜਿੰਨੇ ਸਮੇਂ 'ਚ ਕਿਸੇ ਸਾਧੂ ਨੂੰ ਪੁੱਛਿਆ, ਮੈਂ ਲੋਕਾਂ ਦਾ ਮਾਰਗ ਦਰਸ਼ਨ ਕਰਦਾ ਹੁੰਦਾ ਸਾਂ, ਮੇਰਾ ਤੇ ਬੇੜਾ ਗਰਕ ਹੋ ਗਿਆ, ਹੁਣ ਕੀ ਕਰਾਂ? ਉਹਨੇ ਆਖਿਆ ਜਿਹੜਾ ਹੁਣ ਪੁੱਤਰ ਹੋਵੇ ਉਹਦਾ ਨਾਂ ਨਰਾਇਣ ਰੱਖ ਲਈ। ਔਰ ਅੰਤ ਸਮੇਂ ਛੋਟੇ ਬੱਚੇ ਨਾਲ ਮੋਹ ਜ਼ਿਆਦਾ ਹੁੰਦਾ ਹੈ। ਨਾਰਾਇਣ ਨਾਰਾਇਣ, ਪੁੱਤਰ ਨਰਾਇਣ ਨੂੰ ਆਵਾਜ਼ ਮਾਰਦਿਆਂ ਮਾਰਦਿਆਂ ਸੱਚੀ ਮੁੱਚੀ ਨੇ ਨਰਾਇਣ ਨੂੰ ਆਵਾਜ਼ ਵੱਜ ਗਈ ਔਰ ਖੇਡ ਬਣ ਗਈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੈ ਬਸੈ। ਗੁਰ ਭੇਟਤ ਅਲਖ ਲਖਾਇਆ, ਗੁਰੂ ਨੂੰ ਮਿਲ ਕੇ ਨਾ ਲਖੇ ਜਾਣ ਵਾਲੇ ਵਾਹਿਗੁਰੂ ਨੂੰ ਤੇ ਮੈਂ ਦੀਦਾਰ ਕਰ ਲੈ। ਜੈਸੇ ਬਿਖੈ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮਰਾਰੀ। ਮੇਰੀ ਨਾਮਦੇਵ ਦੀ ਵਾਹਿਗੁਰੂ ਨਾਲ ਬੜੀ ਪ੍ਰੀਤ ਹੈ। ਜਿਸ ਤਰ੍ਹਾਂ ਸੰਗਤ ਜੀ ਇਸ਼ਕ ਮਿਜ਼ਾਜੀ ਦੇ ਵਿੱਚ ਲੋਕ ਜਾਣ ਦੀ ਵੀ ਪਰਵਾਹ ਨਹੀਂ ਕਰਦੇ। ਸਮਾਂ ਹੋ ਗਿਆ, ਮੈਂ ਇੱਕ ਛੋਟੀ ਜਿਹੀ ਬੇਨਤੀ ਕਰਕੇ ਸਮਾਪਤੀ ਕਰਾਂ। ਜਿਹਨੂੰ ਤੁਸੀਂ ਮਜਨੂ ਕਹਿੰਦੇ ਹੋ ਨਾ, ਲੇਲਾ ਮਜਨੂ ਆਸ਼ਕੀ ਚੌਂ ਚੱਕੀ ਜਾਤੀ, ਉਹਦਾ ਰੀਅਲ ਨਾਮ ਸੀ ਕੈਸ਼। ਜਿਹਨੂੰ ਤੁਸੀਂ ਇੰਗਲਿਸ਼ ਜਿਵੇਂ ਕੈਸ਼ ਲਿਖਦੇ ਹੋ ਨਾ, CASH, ਇਸ ਤਰ੍ਹਾਂ ਉਹ ਕੈਸ਼ ਉਹਦਾ ਨਾਂ ਸੀ, ਕੈਸ਼। ਹਾਂ ਜੀ ਹਾਂ, ਕੈਸ਼ ਨਾਂ ਸੀ ਉਹਦਾ, ਮਜਨੂ ਨਾਂ ਨਹੀਂ ਸੀ। ਮਜਨੂ ਲਕਬ ਹੈ। ਤੋ ਪਕੜਿਆ ਗਿਆ। ਵਾਰ-ਵਾਰ ਕੰਪਲੇਂਟ, ਲੈਲਾ ਦਾ ਫਾਦਰ ਜਿਹੜਾ ਉਹ ਕੰਪਲੇਂਟ ਕਰਦਾ ਸੀ ਵੀ ਵੇਖੋ ਜੀ ਮੇਰੀ ਇੱਜ਼ਤ ਦੇ ਪੜਖੱਚੇ ਉਡਾ ਰਿਹਾ, ਸ਼ਰੇਆਮ ਘਰ ਆ ਜਾਂਦਾ, ਇੱਥੇ ਗਲੀਆਂ ਵਿੱਚ ਸ਼ਦਾ ਖਿਲਾਰਦਾ, ਲੈਲਾ ਲੈਲਾ ਕਰਦਾ ਫਿਰਦਾ, ਇਹਨੂੰ ਪਨਿਸ਼ਮੈਂਟ ਦਿਓ। ਤੋ ਉਹਨੇ ਦਰਬਾਰ ਲਾਇਆ ਔਰ ਸੱਦਿਆ ਔਰ ਦੇਖਿਆ ਉਹਦੇ ਪਿਤਾ ਦਾ ਰਸੂਖ ਸੀ ਉਹਦੇ ਨਾਲ, ਉਸ ਜਗੀਰਦਾਰ ਨਾਲ ਕੈਸ਼ ਦੇ ਪਿਤਾ ਦਾ ਚੰਗਾ ਰਸੂਖ ਸੀ। ਇਸ਼ਕ ਮਜ਼ਾਜੀ ਹੈ, ਹਕੀਕੀ ਨਹੀਂ ਹੈ। ਤਾਂ ਉਹਨੇ ਕਿਹਾ ਵੀ ਮੈਂ ਤੇਰੇ ਪਿਤਾ ਦੇ ਲਿਹਾਜ਼ ਕਰਕੇ ਤੇਰੀ ਸਜ਼ਾ ਘੱਟ ਕਰ ਦੇਣਾ, ਔਰ ਤੇਰੀ ਸਜ਼ਾ ਇਹ ਹੈ ਵੀ ਤੂੰ ਸਾਡੇ ਰਜਵਾੜੇ ਵਿੱਚ ਨਹੀਂ ਵੜਨਾ, ਸਾਡੇ ਰਜਵਾੜੇ 'ਚ ਪਰਤ ਕੇ ਨਹੀਂ ਆਉਣਾ, ਦੇਸ਼ ਨਿਕਾਲਾ ਤੇਰੇ ਵਾਸਤੇ, ਤੂੰ ਐਂਟਰ ਨਹੀਂ ਹੋ ਸਕਦਾ। ਜਿਵੇਂ ਇੱਥੋਂ ਤੁਹਾਡੇ ਡਿਪੋਰਟ ਕਰ ਦਿੰਦੇ ਕਈਆਂ ਲੋਕਾਂ ਨੂੰ, ਕੈਸ਼ ਨੂੰ ਡਿਪੋਰਟ ਦਾ ਹੁਕਮ ਦਿੱਤਾ। ਪਤਾ ਕੀ ਕਹਿੰਦਾ? ਉਹ ਕਹਿੰਦਾ ਜਹਾਂ ਪਨਾ ਇਸਸੇ ਅੱਛਾ ਤਾਂ ਮੁਝੇ ਮੌਤ ਦੇ ਦੋ। ਉਦੋਂ ਉਹਨੇ ਕਿਹਾ ਸੀ ਹਾਕਮ ਨੇ ਵੀ ਤੂੰ ਮਜਨੂ ਤੇ ਨਹੀਂ, ਇਹ ਲਫ਼ਜ਼ ਉਹਦੇ ਮੂੰਹੋਂ ਨਿਕਲੇ, ਤੂੰ ਮਜਨੂ ਤੇ ਨਹੀਂ, ਤੂੰ ਪਾਗਲ ਹੈ, ਮੈਂ ਤੇਰੀ ਜਾਨ ਬਖਸ਼ ਰਿਹਾ ਔਰ ਤੂੰ ਕਹਿ ਰਿਹਾ ਵੀ ਇਦੋਂ ਚੰਗਾ ਮੈਨੂੰ ਮੌਤ ਦੇ ਦਿਓ, ਦੇਸ਼ ਨਿਕਾਲਾ ਨਾ ਦਿਓ। ਤੋ ਇਸ਼ਕ ਮਿਜ਼ਾਜੀ ਵਿੱਚ ਨਾ ਲੋਕ ਚਰਮ ਸੀਮਾਵਾਂ ਲੰਘ ਜਾਂਦੇ ਨੇ। ਤੋ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਜਿਵੇਂ ਉਹ ਸ਼ਦਾਈ ਹੋ ਜਾਂਦੇ ਨੇ, ਇਸ ਤਰ੍ਹਾਂ ਮੇਰੀ ਪ੍ਰਭੂ ਨਾਲ ਪ੍ਰੀਤ ਹੈ। ਇਸ਼ਕ ਹਕੀਕੀ ਦੀਆਂ ਤੇ ਬਾਤਾਂ ਹੀ ਕਿਹਾ ਨੇ। ਇਸ਼ਕ ਮਿਜ਼ਾਜੀ ਵਾਲਿਆਂ ਨੂੰ ਵੀ ਗੁਰਮਤ ਵਿੱਚ ਤਾਂ ਜਗ੍ਹਾ ਮਿਲੀ ਵੀ ਖੇੜੇ ਵੀ ਸੌਖੀ ਨਹੀਂ ਜੇ। ਜਦੋਂ ਭਾਈ ਜੀ ਜੋ ਗੱਲ ਕਰਦੇ ਨੇ ਤਾਂ ਇਹਨਾਂ ਸਾਰਿਆਂ ਦੀ, ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ,
ਸੋਰਠ ਬੀਜਾ ਗਾਵੀਐ ਗਾਵਣ ਪ੍ਰਭਾਤੀ। ਤੋਂ ਸਾਰੇ 5-6 ਜਿਹੜੇ ਜੋੜੇ ਨੇ ਉਹਨਾਂ ਦਾ ਉਹ ਜ਼ਿਕਰ ਕਰਦੇ ਨੇ। ਸ਼ੁਰੂ ਹੁੰਦਾ ਲੇਲਾ ਮਜਨੂ ਆਸ਼ਕੀ ਚੌਂ ਚੱਕੀ ਜਾਤੀ। ਤੋ ਰਾਗੀ ਕਈ ਵਾਰ ਕੀਰਤਨ ਖੀਰ ਚ ਕਹਿੰਦੇ ਨੇ ਪੀਰ ਮੁਰੀਦਾਂ ਪਿਰਹੜੀ। ਇਸ ਤਰ੍ਹਾਂ ਪੀਰ ਦੇ ਨਾਲ ਮਰੀਦ ਦੀ ਪਿਆਰ ਹੁੰਦਾ ਹੈ, ਜਿਵੇਂ ਲੇਲਾ ਮਜਨੂ ਦਾ, ਸੋਹਣੀ ਮਹੀਂਵਾਲ ਦਾ ਇਤਿਹਾਦ। ਸੋ ਅੰਤ ਵਿੱਚ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਜੈਸੇ ਤਾਪ ਤੇ ਨਿਰਮਲ ਕਾਮਾ, ਤੈਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਜਿਵੇਂ ਅੱਤ ਦੀ ਗਰਮੀ ਹੋਵੇ ਤੇ ਉੱਪਰੋਂ ਧੁੱਪ ਸਵਾ ਨੇਜੇ ਤੇ ਸੂਰਜ ਤਪੇ, ਤਤੀ ਲੋ ਵਗੇ ਔਰ ਹੇਠਾਂ ਬਾਲੂ ਤਪ ਰਹੀ ਹੋਵੇ ਤੇ ਮਨੁੱਖ ਲੁੜਛਦਾ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੈਂ ਇਸ ਤਰ੍ਹਾਂ ਲੁੜਛਣਾ। ਇਹ ਉਹਨਾਂ ਦੀ ਅਵਸਥਾ ਹੈ। ਜਦੋਂ ਮੈਂ ਕਹਿੰਦਾ ਵੀ ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇਂ ਅੰਨ ਨਾ ਪਾਣੀ, ਉਹ ਵੱਖਰੀ ਗੱਲ ਹੈ, ਕਿਉਂਕਿ ਸਾਰੀ ਰਾਤ ਮੈਂ ਸੁੱਤਾ ਵਾਂ। ਸਵੇਰੇ ਮੂਲੀਆਂ ਵਾਲੇ 4 ਪਰੌਂਠੇ ਦੇੜ ਦਿੱਤੇ, ਫਿਰ ਕਹਿੰਦਾ ਭਾਵੇਂ ਅੰਨ ਨਾ ਪਾਣੀ। ਉਹ ਫਿਰ ਗੱਲ ਖੁੱਬਦੀ ਨਹੀਂ ਹਿਰਦੇ ਵਿੱਚ। ਉਹ ਫਿਰ ਅਵਸਥਾ ਅਨੁਸਾਰ ਗਾ ਲੈਣਾ ਚਾਹੀਦਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ। ਹੇ ਵਾਹਿਗੁਰੂ ਮੈਨੂੰ ਵਿਕਾਰਾਂ ਤੋਂ ਬਚਾ ਲੈ। ਹੇ ਵਾਹਿਗੁਰੂ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ, ਕਿਉਂਕਿ ਸਾਨੂੰ ਖੁੱਲ੍ਹ ਹੁੰਦੀ ਹੈ, ਅਸੀਂ ਜਿਹੜੇ ਮਰਜ਼ੀ ਸ਼ਬਦ ਗਾਈਏ। ਤੋਂ ਅਰਦਾਸ ਵਾਲੇ ਗਾ ਲੈਣੇ ਚਾਹੀਦੇ ਨੇ। ਵਿਕਾਰਾਂ ਤੋਂ ਬਚਣ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ, ਨਾਮ ਦੀ ਦਾਤ ਵਾਸਤੇ ਅਰਦਾਸ ਕਰਨੀ ਚਾਹੀਦੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਆਪ ਜੀ ਤੋਂ ਖਿਮਾ ਦਾ ਜਾਚਕਾਂ। ਆਓ ਸਾਡੇ ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਗਿਆਨ ਸਿੰਘ ਜੀ, ਤਿੰਨਾਂ ਪਾਸੋਂ ਆਨੰਦ ਸਾਹਿਬ ਦਾ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਚੌਕੀਦਾਰ ਨੂੰ ਵੀ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।